ਆਪਾਂ ਟਕਸਾਲੀ ਗੇਟ ਦੇ ਵਿੱਚ ਲੰਘਦੇ ਹੋਏ ਇੱਕ ਖੂਬਸੂਰਤ ਇਮਾਰਤ ਜਿਹੜੀ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਮਲਕਾ ਤਰਨਮ ਨੂਰ ਜਹਾਂ ਦਾ ਉਹ ਘਰ, ਜਿੱਥੇ ਉਹਨਾਂ ਨੇ 4 ਸਾਲ ਆਪਣੇ ਸੰਗੀਤ ਦੀ ਪ੍ਰੈਕਟਿਸ ਕੀਤੀ, ਰਿਆਜ਼ ਕੀਤਾ। ਕਿਹਾ ਜਾਂਦਾ ਹੈ ਕਿ ਕਸੂਰ ਸ਼ਹਿਰ ਤੋਂ ਉਹ ਇੱਥੇ ਆਏ ਸਨ ਸੰਗੀਤ ਸਿੱਖਣ ਵਾਸਤੇ ਅਤੇ ਇੱਥੋਂ ਦੇ ਹੀ ਹੋ ਕੇ ਰਹਿ ਗਏ। ਇਸੇ ਹੀ ਖੂਬਸੂਰਤ ਇਮਾਰਤ ਦੇ ਵਿੱਚ ਬੈਠ ਕੇ ਉਹ ਆਪਣਾ ਰਿਆਜ਼ ਕਰਦੇ ਰਹੇ ਅਤੇ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਿਆ। ਇੰਨਾ ਖੂਬਸੂਰਤ ਅਤੇ ਪਿਆਰਾ ਮਿਊਜ਼ਿਕ ਉਹਨਾਂ ਨੇ ਪਾਕਿਸਤਾਨ ਇੰਡਸਟਰੀ ਨੂੰ ਦਾਨ ਦੇ ਵਿੱਚ ਦਿੱਤਾ ਕਿ ਉਹਨਾਂ ਤੋਂ ਬਗੈਰ ਅਗਰ ਜੇ ਸੰਗੀਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਦਾ ਸੰਗੀਤ ਅਧੂਰਾ ਹੈ। ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਅਤੇ ਕਲਾ ਦੇ ਨਾਲ ਉਹਨਾਂ ਨੇ ਆਪਣੇ ਸੰਗੀਤ ਨੂੰ ਬਹੁਤ ਉੱਚੇ ਪੱਧਰ ਤੱਕ ਪਹੁੰਚਾਇਆ। ਕਿਹਾ ਜਾਂਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਾਂ ਟਕਸਾਲੀ ਗੇਟ 'ਚੋਂ ਲੰਘ ਰਹੇ ਹਾਂ, ਚੱਪੇ ਚੱਪੇ 'ਤੇ ਕਿੰਨਾ ਇਤਿਹਾਸ ਅਤੇ ਕਿੰਨੇ ਆਰਟਿਸਟ ਲੋਕ ਸਾਨੂੰ ਦੇਖਣ ਨੂੰ ਮਿਲਦੇ ਹਨ। ਜਿਵੇਂ ਕਿ ਆਪਾਂ ਸਭ ਤੋਂ ਪਹਿਲੇ ਇੱਕ ਆਰਟ ਦੀ ਬਹੁਤ ਵੱਡੀ ਮਿਸਾਲ ਪਾਕਿਸਤਾਨ ਟਾਕੀ ਸਿਨੇਮਾ ਦੇਖੀ ਸੀ, ਫਿਰ ਇੱਕ ਬਹੁਤ ਹੀ ਫੰਨੇ ਤਮੀਰ ਆਪਾਂ ਸਰ ਗੰਗਾ ਰਾਮ ਦੀ ਗੱਲ ਕੀਤੀ। ਉਸ ਤੋਂ ਬਾਅਦ ਜਦੋਂ ਅਸੀਂ ਆਉਂਦੇ ਹਾਂ ਮਲਕਾ ਤਰਨਮ ਨੂਰ ਜਹਾਂ ਦੇ ਘਰ ਦੀ ਤਰਫ, ਇੱਕ ਹੋਰ ਹੀ ਆਰਟ ਅਤੇ ਸੰਗੀਤ ਅਤੇ ਕਲਾ ਸਾਨੂੰ ਦੇਖਣ ਨੂੰ ਮਿਲਦੀ ਹੈ, ਜੋ ਕਿ ਇਸ ਗੇਟ ਦੀ, ਇਸ ਗਲੀ ਦੀ ਰੌਣਕ ਹੈ। ਮਤਲਬ ਇੱਥੇ ਚੱਪੇ ਚੱਪੇ 'ਤੇ ਉਹ ਇਤਿਹਾਸਿਕ ਜਗ੍ਹਾ ਨਾ ਜਿੱਥੇ ਬਹੁਤ ਹੀ ਖੂਬਸੂਰਤ ਕੰਮ ਹੁੰਦਾ ਸੀ, ਬਹੁਤ ਵੱਡੇ ਗੁਲੂਕਾਰ ਆਰਟ ਹੋਣ, ਫੰਨੇ ਤਮੀਰ ਦੇ ਮਾਹਿਰ ਹੋਣ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਆਪਣਾ ਨਾਮ ਚਮਕਾਇਆ ਆਪਣੀ ਕਲਾ ਦੀ ਬੁਨਿਆਦ ਦੇ ਉੱਤੇ। ਸੋ ਬਹੁਤ ਹੀ ਖੂਬਸੂਰਤ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਇਸ ਘਰ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤੀ ਅਤੇ ਨਫਾਸਤ ਦੇ ਨਾਲ ਬਣਾਇਆ ਗਿਆ ਹੈ। ਇੱਥੋਂ ਦੇ ਵਸਨੀਕਾਂ ਦੀ ਤਰਫੋਂ ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਹੀ ਅਦਬੀ ਬੈਠਕਾਂ ਸਜਿਆ ਕਰਦੀਆਂ ਸਨ, ਸੰਗੀਤ ਦੀਆਂ ਬਹੁਤ ਸੁਰੀਲੀਆਂ ਮਹਿਫਲਾਂ ਸਜਦੀਆਂ ਸਨ, ਜਿਨ੍ਹਾਂ ਦੇ ਵਿੱਚ ਲੋਕ ਦੂਰ ਦਰੇੜੇ ਤੋਂ ਆ ਕੇ ਉਹਨਾਂ ਨੂੰ ਸਰਵਣ ਕਰਦੇ ਸੀ, ਉਹਨਾਂ ਨੂੰ ਸੁਣਦੇ ਸੀ ਅਤੇ ਉਹਨਾਂ ਕਲਾਕਾਰਾਂ ਦੀ ਦਾਦ ਵੀ ਦਿੰਦੇ ਸਨ। ਅਤੇ ਬਹੁਤ ਸਾਰੇ ਕਲਾਕਾਰ ਐਸੇ ਨੇ ਜਿਹੜੇ ਕਿ ਇਸ ਥਾਂ ਦੇ ਵਿੱਚੋਂ ਆਪਣਾ ਅਸਲੀ ਨਾਂ ਚਮਕਾ ਕੇ ਨਿਕਲੇ, ਜਿਨ੍ਹਾਂ ਨੇ ਅਸਲੀ ਕਲਾ ਇਸ ਥਾਂ ਤੋਂ ਸਿੱਖੀ। ਔਰ ਇਹ ਉਹ ਇਤਿਹਾਸਿਕ ਜਗ੍ਹਾ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਮੈਂ ਇਸ ਗਲੀ ਦੇ ਵਿੱਚ ਇੰਟਰ ਹੋਇਆ ਅਤੇ ਮੇਰਾ ਜਿਹੜਾ ਮਨ ਹੈ ਉਹ ਇਤਿਹਾਸਿਕ ਚੀਜ਼ਾਂ ਦੇ ਵਿੱਚ ਭਟਕ ਰਿਹਾ ਕਿ ਕਿਸ ਕਦਰ ਖੂਬਸੂਰਤ ਚੀਜ਼ਾਂ ਸਨ ਜਿਹੜੀਆਂ ਉਸ ਸਮੇਂ ਦੇ ਲੋਕਾਂ ਨੇ ਇੱਥੇ ਨਿਰਮਾਣ ਕੀਤਾ ਉਹਨਾਂ ਦਾ, ਅਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ, ਆਪਣੀ ਕਲਾਵਾਂ ਨੂੰ ਰੱਖਿਆ, ਜਿਨ੍ਹਾਂ ਦੇ ਕਰਕੇ ਅਸੀਂ ਅੱਜ ਤੱਕ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਆਓ ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ ਅਸੀਂ ਅੱਗੇ, ਸੈਰ ਕਰਦੇ ਹਾਂ ਟਕਸਾਲੀ ਗੇਟ ਦੀ। ਹਾਂਜੀ ਮਿੱਤਰ ਪਿਆਰਿਓ, ਮੈਂ ਤੁਹਾਡੀ ਨਾ ਥੋੜੀ ਜੀ ਨਿਗਾਹ ਉਸ ਪੁਰਾਣੇ ਸਮੇਂ ਵੱਲ ਲੈ ਕੇ ਜਾਣਾ ਚਾਹਾਂਗਾ। ਤੁਸੀਂ ਮੇਰੇ ਪਿੱਛੇ ਦੇਖੋ ਕਿੰਨਾ ਖੂਬਸੂਰਤ ਬਾਜ਼ਾਰ ਦਾ ਜਿਹੜਾ ਨਕਸ਼ਾ ਉਹ ਨਜ਼ਰ ਆਉਂਦਾ ਹੈ। ਮੈਂ ਜਿਸ ਸਮੇਂ ਇੱਥੇ ਖਲੋਤਾ ਬਿਲਕੁਲ ਮੇਰੇ ਸਾਹਮਣੇ ਇੱਕ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰ ਰਿਹਾ ਇਹ ਬਾਜ਼ਾਰ। ਆਲੇ ਦੁਆਲੇ ਬਹੁਤ ਖੂਬਸੂਰਤ ਖੁੱਸਿਆਂ ਦੀਆਂ ਮਾਰਕੀਟਾਂ, ਦੁਕਾਨਾਂ। ਈਦ ਚੱਲ ਰਹੀ ਸੀ, ਈਦ ਦੇ ਕਰਕੇ ਛੁੱਟੀਆਂ ਸਨ, ਜਿਹਦੇ ਕਰਕੇ ਕਾਫੀ ਸਾਰੀਆਂ ਦੁਕਾਨਾਂ ਇੱਥੇ ਸਾਨੂੰ ਬੰਦ ਦੇਖਣ ਨੂੰ ਮਿਲਦੀਆਂ। ਉਸ ਕਦਰ ਦੀ ਰੌਣਕ ਸਾਨੂੰ ਨਹੀਂ ਦੇਖਣ ਨੂੰ ਮਿਲ ਰਹੀ। ਇੱਥੇ ਖਾਣ ਪੀਣ ਦੀਆਂ ਵੀ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਹਨ। ਮੈਂ ਤੁਹਾਨੂੰ ਇਹ ਸੁਜੈਸਟ ਕਰਦਾ ਕਿ ਜਿਵੇਂ ਤੁਸੀਂ ਕਿਤੇ ਲਾਹੌਰ ਦੇ ਵਿੱਚ ਆਓ ਜਾਂ ਲਾਹੌਰ ਦੇ ਵਿੱਚ ਰਹਿੰਦੇ ਹੋ ਤੇ ਇਸ ਖੂਬਸੂਰਤ ਇਤਿਹਾਸਿਕ ਬਿਲਡਿੰਗ ਨੂੰ, ਇਸ ਜਗ੍ਹਾ ਨੂੰ ਲਾਜ਼ਮੀ ਵਿਜ਼ਿਟ ਕਰੋ, ਕਿਉਂਕਿ ਜੋ ਸਕੂਨ ਇਹ ਇਤਿਹਾਸਿਕ ਜਗ੍ਹਾ ਦੇ ਵਿੱਚ ਆ ਕੇ ਮਿਲ ਰਿਹਾ ਹੈ, ਕਲਚਰਲ ਚੀਜ਼ਾਂ ਨੂੰ ਦੇਖ ਕੇ ਮਿਲ ਰਿਹਾ ਹੈ, ਇੱਥੋਂ ਦੇ ਵਸਨੀਕਾਂ ਦੇ ਨਾਲ ਗੱਲ ਕਰਕੇ ਮਿਲ ਰਿਹਾ ਹੈ, ਉਹ ਸਕੂਨ ਇੱਕ ਵੀਡੀਓ ਦੇ ਰਾਹੀਂ ਦੱਸਣਾ ਬਹੁਤ ਮੁਸ਼ਕਿਲ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਤੁਸੀਂ ਇੱਥੇ ਲਾਜ਼ਮੀ ਵਿਜ਼ਿਟ ਕਰੋ, ਇੱਥੋਂ ਦੀ ਖੂਬਸੂਰਤੀ ਨੂੰ ਇੰਜੋਏ ਕਰ ਸਕੋ ਅਤੇ ਉਹ ਇਤਿਹਾਸਿਕ ਚੀਜ਼ਾਂ ਦੇ ਬਾਰੇ ਜਾਣ ਸਕੋ ਜਿਹੜੀਆਂ ਕਿ ਸਾਡੇ ਵੱਡੇ ਜਾਂ ਜਿਹੜੇ ਵੀ ਪਾਕਿਸਤਾਨ ਦੇ ਬਹੁਤ ਵੱਡੇ ਨਾਮਵਰ ਲੋਕ ਗੁਜ਼ਰੇ ਨੇ, ਉਹਨਾਂ ਨੇ ਇੱਥੇ ਆਪਣੀ ਛਾਪ ਛੱਡੀ ਹੈ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਨੀਵਾਂ ਰੁੱਖ ਨਜ਼ਰ ਆਉਂਦਾ ਹੈ, ਪਰ ਜਿਵੇਂ ਹੀ ਆਪਾਂ ਅਗਲੇ ਪਾਸੇ ਨੂੰ ਜਾਂਦੇ ਹਾਂ ਸਾਨੂੰ ਇੱਕ ਉੱਚਾ ਰੁੱਖ ਦੇਖਣ ਨੂੰ ਮਿਲਦਾ ਹੈ। ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਲਾਹੌਰ ਨੂੰ ਬਣਾਇਆ ਗਿਆ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਲਾਹੌਰ 13 ਦਰਵਾਜ਼ਿਆਂ ਦੇ ਅੰਦਰ ਤੱਕ ਸੀਮਤ ਸੀਗਾ, ਅਤੇ ਜਿਹੜਾ ਉਹ ਲਾਹੌਰ ਸੀਗਾ ਉਹ ਉੱਚੇ ਸਥਾਨ 'ਤੇ ਹੁੰਦਾ ਸੀ। ਆਪਾਂ ਹੁਣ ਨੀਵੇਂ ਸਥਾਨ ਤੋਂ ਚੱਲ ਕੇ ਆਏ ਹਾਂ ਤਾਂ ਆਪਾਂ ਜਿਹੜਾ ਹੁਣ ਜਿਵੇਂ ਜਿਵੇਂ ਉੱਤੇ ਜਾ ਰਹੇ ਹਾਂ ਇਹ ਸਥਾਨ ਉੱਚਾ ਹੁੰਦਾ ਜਾ ਰਿਹਾ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਲਾਹੌਰ ਉਸ ਵਕਤ ਸੀ, ਆਬਾਦ ਸੀ, ਉਹ ਇੱਕ ਉੱਚੀ ਜਗ੍ਹਾ ਦੇ ਉੱਤੇ ਆਬਾਦ ਸੀਗਾ, ਠੀਕ ਹੈ। ਔਰ ਇਹਦੀ ਸੁਰੱਖਿਆ ਕਾਰਨ ਵੀ ਇਹ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਕਿ ਜਦੋਂ ਵੀ ਕੋਈ ਆਬਾਦੀ ਜਾਂ ਜਗ੍ਹਾ ਆਬਾਦ ਹੁੰਦੀ ਸੀ ਉਹਨੂੰ ਹਮੇਸ਼ਾ ਕੋਸ਼ਿਸ਼ ਕੀਤਾ ਜਾਂਦਾ ਸੀ ਕਿ ਉਹ ਉੱਚੇ ਰੁੱਖ ਦੇ ਉੱਤੇ ਆਬਾਦ ਕੀਤਾ ਜਾਏ। ਇਸ ਤੋਂ ਇਲਾਵਾ ਅਸੀਂ ਜਿਵੇਂ ਕਿ ਜਾਣਦੇ ਹਾਂ, ਇਤਿਹਾਸਕਾਰਾਂ ਨੇ ਵੀ ਦੱਸਿਆ, ਸਾਨੂੰ ਬਹੁਤ ਸਾਰੀ ਹਿਸਟਰੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਲਾਹੌਰ ਦੇ ਲਾਗਿਓਂ ਪਾਣੀ ਲੰਘਦਾ ਸੀ ਔਰ ਰਾਵੀ ਦਰਿਆ ਲੰਘਦਾ ਸੀ, ਉਹ ਨੀਵੇਂ ਰੁੱਖ ਦੇ ਕੋਲੋਂ ਲੰਘਦਾ ਸੀ। ਜਿਵੇਂ ਕਿ ਕਿਲੇ ਦੀ ਦੀਵਾਰ ਦੇ ਕੋਲੋਂ ਹੋ ਕੇ ਆਪਾਂ ਜਿਵੇਂ ਹੀ ਕਿਲੇ ਤੋਂ ਸਾਈਡ 'ਤੇ ਆਉਂਦੇ ਹਾਂ ਤਾਂ ਇੱਕ ਬਹੁਤ ਸੋਹਣਾ ਖੂਬਸੂਰਤ ਬਾਜ਼ਾਰਾਂ ਦਾ ਸਿਲਸਿਲਾ ਸਾਨੂੰ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਟਕਸਾਲੀ ਗੇਟ ਦਾ ਬਾਜ਼ਾਰ, ਸਾਨੂੰ ਆਜ਼ਮ ਕਲੋਥ ਮਾਰਕੀਟ, ਹੋਰ ਜਿਹੜੇ ਦੂਸਰੇ ਦਰਵਾਜ਼ਿਆਂ ਦੇ ਨਾਲ ਲੱਗਦੇ ਮਸ਼ਹੂਰ ਬਾਜ਼ਾਰ ਹੈ ਉਹ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਚੀਜ਼ਾਂ, ਕਲਚਰਲ ਚੀਜ਼ਾਂ, ਇਤਿਹਾਸਿਕ, ਸਕਾਫਤੀ ਅਤੇ ਉਹ ਲੋਕ ਵੀ ਦੇਖਣ ਨੂੰ ਮਿਲਦੇ ਹਨ ਜਿਹੜੇ ਉਸ ਸਮੇਂ ਦੇ ਆਬਾਦ ਸਨ। ਉਸ ਤੋਂ ਬਾਅਦ ਉਹਨਾਂ ਦੀਆਂ ਨਸਲਾਂ ਚੱਲਦੀਆਂ ਆਈਆਂ, ਕਾਫੀ ਲੋਕ ਜਿਹੜੇ ਬਾਹਰ ਤੋਂ ਤਲਕ ਰੱਖਦੇ ਸਨ ਉਹ ਇੱਥੇ ਆ ਕੇ ਆਬਾਦ ਹੋਏ। ਮਤਲਬ ਹੁਮ ਹਮਾ ਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਅਗਰ ਜੇਕਰ ਅਸੀਂ ਲਾਹੌਰ ਦੇ ਕੰਧੀ ਸ਼ਹਿਰ ਦੇ ਅੰਦਰ ਦਾਖਲ ਹੁੰਦੇ ਹਾਂ, ਹਰ ਦਰਵਾਜ਼ੇ ਦੇ ਵਿੱਚੋਂ ਕਿਤੋਂ ਵੀ ਦਾਖਲ ਹੋਈਏ, ਸਾਨੂੰ ਇੰਨੀਆਂ ਖੂਬਸੂਰਤ ਕਲਚਰਲ, ਹਿਸਟੋਰੀਕਲ ਹੈਰੀਟੇਜ ਦੇਖਣ ਨੂੰ ਮਿਲਦਾ ਹੈ ਕਿ ਅਕਲ ਦੰਗ ਰਹਿ ਜਾਂਦੀ ਹੈ ਕਿ ਇੱਕ ਇਕੱਲੇ ਲਾਹੌਰ ਦੇ ਅੰਦਰ ਇਸ ਕਦਰ ਇਤਿਹਾਸ ਸਮਾਇਆ ਹੋਇਆ ਹੈ।
ਔਰ ਜੇਕਰ ਅਸੀਂ ਗੱਲ ਕਰੀਏ ਪੂਰੇ ਬਰਸਗੀਰ ਦੀ ਤੇ ਅਕਲ ਦੰਗ ਰਹਿ ਜਾਂਦੀ ਹੈ। ਅਕਲ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੀ ਕਿ ਕਿੰਨਾ ਖੂਬਸੂਰਤ ਤੇ ਉਹ ਨਜ਼ਾਰਾ ਜਿਹੜਾ ਕਿ ਇਤਿਹਾਸਿਕ ਚੀਜ਼ਾਂ ਦਾ ਸਾਨੂੰ ਇਸ ਪੂਰੇ ਬਰਸਗੀਰ ਦੀ ਧਰਤੀ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ। हाँ जी दर्शकों, टकसाली गेट के अंदर दियां रौनकां नूं इंजॉय करते हुए असीं एक बहुत ही मशहूर चौंक दे विच पहुंचे हाँ। इस चौंक नूं तरन्नम चौंक आख्या जाता है। उहदी भी एक वजह है, आपां जिवें कि पाकिस्तान टाकी सिनेमा देखिया, उस तो बाद एक दूजा बनने वाला सिनेमा इसे ही गली के अंदर वो ये सी जिन्हों तरन्नम सिनेमा कहते सी, क्योंकि ये बिल्डिंग जी मेरे पिछे देख रहे हो बड़ी खस्ता हाल हो चुकी सी, किसी यूज़ में नहीं सी। सो इनू इत्थे ढा के लोकल जी मकामी आबादी सी उन्होंने इत्थे दुकानां बनाईयां। सो कहा जाता है कि इत्थे भी बहुत खूबसूरत रौनकां हुंदियां सी इस चौंक के अंदर, क्योंकि इत्थे तरन्नम सिनेमा हुंदा सी। इस तो बाद आपां जिवें इस पासे जाने आ सानूं एक टिब्बी थाना देखने को मिलता है। टिब्बी थाने का भी एक बहुत बड़ा इतिहास है। मुगल दौर के इत्थे कर्मचारियों की एक बहुत वड्डी चौंकी हुंदी सी। उस तो बाद जिवें जिवें समा लंघिया इनू चौंकी नूं कई कामां दे वास्ते यूज़ किया गया ते अजकल ये पुलिस थाने वास्ते यूज़ हुंदी है। इस तो बाद असीं जावांगे एक बहुत ही मशहूर जगह जिन्होंने लामा इकबाल साहब का थड़ा कहा जाता है। हाँ जी, लामा इकबाल साहब जिहड़े कि शायर मशरक है, मैं उन्हां दी गल कर रहा, तुहानूं लैके जाना उस थड़े की तरफ, बने रहो मेरे नाल। हाँ जी सज्जनों, मैं जिस जगह पर इस समय मौजूद हाँ, ये वो इतिहासिक थड़ा है जिथे डॉक्टर लामा इकबाल बैठ के अपनी शायरी का आगाज़ किया सी। इत्थों उन्हां दी शुरुआत हुई सी, उन्हां दी कला दी, उन्हां दे हुनर दी, अते बाद दे विच उन्हां ने इन्हां बुलंदियां नूं प्राप्त किया। एक गल मैं तुहानूं बड़ी खूबसूरत दसदा चला कि जिवें मैं इस थड़े दे कोल आया खलोता तो मैं एक चीज़ महसूस की है कि इस गली दे विच इस जगह पर आके एक चीज़ बड़ी खूबसूरत देखने को मिली कि अज भी इत्थे लोग उसे ही इकट्ठ करके आपस दे विच बह के गल्लां बातां कर रहे हैं। मैं उस समय नूं महसूस कर सकदा कि जो डॉक्टर साहब इस थां ते बहिंदे होणगे किस तखयल अते दूरअंदेशी दे नाल उन्होंने अपनी शायरी का आगाज़ किया। अते एक चीज़ होर भी बहुत खूबसूरत है कि उन्हां दी शायरी दे विच इंसान दोस्ती, रब दे नाल मुहब्बत, अपनी धरती दे नाल मुहब्बत की एक झलक नज़र आती है, जिसकी शुरुआत इस थां तो हुई जिस थड़े के उत्ते मैं इस समय खलोता। असीं इहदे अंदर नहीं जा सकते क्योंकि हुण प्राइवेट प्रॉपर्टी है, पर इत्थे तुहानूं दस्सण दा मकसद है कि टकसाली गेट नूं जिवें ही आपां एक्सप्लोर कर रहे सी, जिवें ही खूबसूरतियां देख रही, उन्हां दे विच एक अदबी थां भी सानूं देखण नूं मिलदी है, जिथे अदब का एक बहुत वड्डा दरिया जिथों स्टार्ट हुंदा है डॉक्टर लामा इकबाल साहब की शायरी, जिहड़ी शायरी दे नाल उन्होंने इन्नी खूबसूरती दे नाल इस कौम नूं, इस जमीन नूं रंग भरिया अते अपने उस नाम नूं चमकाया कि उन्हां नूं भी सर दा खिताब दिता गया। सो दर्शकों, आप देख रहे हैं किन्नियां खूबसूरत हिस्टोरीकल चीज़ां सानूं इस थां दे उत्ते देखण नूं मिल रहीआं हन। ये किसी अजूबे तो घੱਟ नहीं कि एक छोटी जी जगह दे विच इन्ना वड्डा समंदर, आर्ट का समंदर, अदब का समंदर, संगीत का समंदर, हर तरह की एक चीज़ देखण नूं मिलदी है। सो ये एक बहुत ही खूबसूरत गल है कि छोटियां छोटियां जगहां भी किन्ने वड्डे इलम दे नाल भरियां होईयां सन। सोना चांदी ते हीरे दी दुकान ते टैक्स, बैठक दिओड़ी चुबारे दलान ते टैक्स, बैठे थड़े ते लगा भलवान ते टैक्स, अकलमंद ते नाल निदान ते टैक्स, पानी पीन ते रोटी खान ते टैक्स, आ गए मुसाफिर मेहमान ते टैक्स, अंजील ते टैक्स, कुरान ते टैक्स, लग ना जाए दीन ईमान ते टैक्स, इंसान ते टैक्स, हैवान ते टैक्स, दोना मोए ते जूंदे दी जान ते टैक्स, इस वास्ते बोलदा नहीं दामन, इस वास्ते बोलदा नहीं दामन, मता लग जाए मेरी जुबान ते टैक्स। उस्ताद दामन जी की गिनती पंजाबी के वड्डे शायरां दे विच हुंदी है। कहा जाता है कि उस्ताद दामन ने पंजाबी लिखत वास्ते, पंजाबी शायरी वास्ते एक वड्डे पद्धर ते काम किया। अते जिस थां ते मैं मौजूद हाँ इस जगह नूं हुजरा शाह हुसैन अते उस्ताद दामन का हुजरा भी आख्या जाता है, क्योंकि इत्थे ही बैठ के अदबी बैठकां सजाते सन। ਅਤੇ ਅੱਜ ਇਸ ਥਾਂ ਨੂੰ ਤਾਲੇ ਲੱਗੇ ਹੋਏ ਹਨ, ਪਰ ਕਿਸੇ ਵਕਤ ਦੇ ਵਿੱਚ ਇੱਥੇ ਬਹੁਤ ਸਾਰੀਆਂ ਰੌਣਕਾਂ ਸੱਜਿਆ ਕਰਦੀਆਂ ਸਨ।
ਇਸ ਇਮਾਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਹਦੀ ਬਣਤਰ ਜਿਹੜੀ ਹੈ ਬਣੀ ਹੈ ਛੋਟੀ ਇੱਟਾਂ ਨਾਲ ਬਣਾਈ ਗਈ ਹੈ, ਪਰ ਜਦੋਂ ਅਸੀਂ ਉੱਤੇ ਵਾਲੇ ਪਾਸੇ ਨੂੰ ਦੇਖਦੇ ਹਾਂ ਤੇ ਉਹ ਖਸਤਾ ਹਾਲ ਹੋ ਗਿਆ ਸੀ, ਜਿਹਦੇ ਕਰਕੇ ਉਹ ਟੈਟੇਰੀ ਹੋ ਗਿਆ ਸੀ। ਉਹਨੂੰ ਦੁਬਾਰਾ ਰਿਸਟੋਰ ਕਰਕੇ ਬਣਾਇਆ ਗਿਆ। ਸੋ ਇਸ ਇਮਾਰਤ ਦਾ ਆਪਣੀ ਥਾਂ ਤੇ ਮੌਜੂਦ ਹੋਣਾ ਇਹ ਗੱਲ ਦਾ ਸਬੂਤ ਹੈ ਕਿ ਉਸਤਾਦ ਦਾਮਨ ਕਿੰਨੀ ਮਹੱਤਤਾ ਰੱਖਦੇ ਹੈ ਪੰਜਾਬੀ ਸ਼ਾਇਰੀ ਦੇ ਤੌਰ ਤੇ। ਅਤੇ ਇਸ ਜਗ੍ਹਾ ਦੇ ਵਿੱਚ ਜਿੱਥੇ ਅਸੀਂ ਅਦਬ ਦੀ ਹਰ ਚੀਜ਼ ਨੂੰ ਫਰੋਲਿਆ, ਅਸੀਂ ਸੰਗੀਤ ਨੂੰ ਦੇਖਿਆ, ਅਸੀਂ ਉਸ ਤੋਂ ਇਲਾਵਾ ਇੰਜੀਨੀਅਰਿੰਗ ਨੂੰ ਦੇਖਿਆ, ਬਹੁਤ ਸਾਰੀ ਫੰਨੇ ਤਮੀਰ ਹੋਰ ਵੱਖ-ਵੱਖ ਚੀਜ਼ਾਂ, ਕਲਚਰ ਸਕਾਫਤੀ ਚੀਜ਼ਾਂ ਨੂੰ ਦੇਖਿਆ, ਤੇ ਉਹਦੇ ਵਿੱਚ ਹੀ ਸ਼ਾਇਰੀ ਦੀ ਇੱਕ ਬਹੁਤ ਖੂਬਸੂਰਤ ਤੇ ਉਮਦਾ ਮਿਸਾਲ ਸਾਨੂੰ ਉਸਤਾਦ ਦਾਮਨ ਜੀ ਦੇ ਹੁਜਰੇ ਤੋਂ ਮਿਲਦੀ ਹੈ, ਜਿੱਥੇ ਉਹ ਤਕਰੀਬਨ 34 ਸਾਲ ਦਾ ਅਰਸਾ ਉਹਨਾਂ ਨੇ ਆਪਣਾ ਇੱਥੇ ਸਮਾਂ ਗੁਜ਼ਾਰਿਆ। 1950 ਤੋਂ ਲੈ ਕੇ 1984 ਤੱਕ ਦਾ ਸਮਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇੱਥੇ ਗੁਜ਼ਾਰਿਆ, ਜਿੱਥੇ ਬਹੁਤ ਸਾਰੀਆਂ ਸ਼ਾਇਰੀ ਦੇ ਮੁਸ਼ਾਇਰੇ ਤੇ ਅਦਬੀ ਬੈਠਕਾਂ ਹੁੰਦੀਆਂ ਸਨ। ਲੋਕਾਂ ਨੂੰ ਆਪਣੀ ਸ਼ਾਇਰੀ ਦੇ ਨਾਲ ਮੁਤਾਸਰ ਕਰਦੇ ਸਨ। ਬਹੁਤ ਹੀ ਖੂਬਸੂਰਤ ਰੰਗ ਬੰਨਿਆ ਜਾਂਦਾ ਸੀ ਇਸ ਥਾਂ ਦੇ ਉੱਤੇ। ਅੱਜ ਕੱਲ੍ਹ ਇਸ ਜਗ੍ਹਾ ਦੀ ਥੋੜ੍ਹੀ ਜੀ ਬਣਤਰ ਉਹ ਬਦਲ ਗਈ, ਜਿਵੇਂ ਜਿਵੇਂ ਵਕਤ ਬਦਲਦਾ ਗਿਆ ਇਹਨਾਂ ਜਗ੍ਹਾ ਦੀ ਬਣਤਰ ਬਦਲਦੀ ਜਾ ਰਹੀ ਹੈ, ਪਰ ਇਸ ਜਗ੍ਹਾ ਨੂੰ ਆਪਣੀ ਥਾਂ ਤੇ ਕਾਇਮ ਰੱਖਣ ਵਾਸਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਉਹਨਾਂ ਦਾ ਪਤਾ ਲੱਗ ਸਕੇ, ਉਹਨਾਂ ਦੀ ਫਿਲਾਸਫੀ ਦਾ ਪਤਾ ਲੱਗ ਸਕੇ, ਉਹਨਾਂ ਦੀ ਸ਼ਾਇਰੀ ਦਾ ਪਤਾ ਲੱਗ ਸਕੇ। ਜਿਵੇਂ ਕਿ ਮੈਂ ਆਪ ਜੀ ਨਾਲ ਸ਼ਾਇਰੀ ਦਾ ਜ਼ਿਕਰ ਕੀਤਾ, ਇਹ ਸ਼ਾਇਰੀ ਉਹਨਾਂ ਨੇ ਘੱਟੋ ਘੱਟ ਅੱਜ ਤੋਂ 60-70 ਸਾਲ ਪੁਰਾਣੀ ਲਿਖੀ ਸੀ। ਤੁਸੀਂ ਸੋਚ ਸਕਦੇ ਹੋ, ਦੇਖ ਸਕਦੇ ਹੋ ਕਿ ਅੱਜ ਅਗਰ ਅਸੀਂ ਕਹਿੰਦੇ ਹਾਂ ਕਿ ਸਮੇਂ ਦੇ ਹਾਲਾਤਾਂ ਨੇ ਬੜੀ ਤੰਗੀ ਕਰ ਦਿੱਤੀ ਹੈ, ਪੋਲੀਟੀਕਲ ਇਸ਼ੂਜ਼ ਆ ਗਏ ਨੇ, ਬੜੀਆਂ ਚੀਜ਼ਾਂ ਆ ਗਈਆਂ, ਪਰ ਦੇਖਿਆ ਜਾਏ ਤੇ ਇਹ ਚੀਜ਼ਾਂ ਹਰ ਵਕਤ ਦੇ ਵਿੱਚ ਉੱਦਾਂ ਹੀ ਰਹੀਆਂ। ਜੇ ਇਹ ਸ਼ੇਰ, ਇਹ ਗਜ਼ਲ, ਇਹ ਨਜ਼ਮ ਉਹਨਾਂ ਨੇ ਉਸ ਸਮੇਂ ਦੇ ਵਿੱਚ ਲਿਖੀ ਹੈ, ਇਹਦਾ ਮਤਲਬ ਕਿ ਉਸ ਸਮੇਂ ਦੇ ਵਿੱਚ ਵੀ ਮੁਸ਼ਕਲਾਂ ਸਨ। ਸੋ ਇਹਨਾਂ ਨੂੰ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। ਹਾਂਜੀ, ਪਰ ਇੱਕ ਚੀਜ਼ ਅਸੀਂ ਇਹਨਾਂ ਨੂੰ ਘੱਟ ਕਰ ਸਕਦੇ ਹਾਂ ਆਪਣੀ ਲਿਖਤ ਦੇ ਜ਼ਰੀਏ, ਆਪਣੇ ਕੰਟਰੀਬਿਊਸ਼ਨ ਦੇ ਜ਼ਰੀਏ। ਸੋ ਮੈਂ ਸਾਰਿਆਂ ਨੂੰ ਕਹਾਂਗਾ ਉਸਤਾਦ ਦਾਮਨ ਜੀ ਦੇ ਇਸ ਹੁਜਰੇ ਨੂੰ ਤੁਸੀਂ ਵਿਜ਼ਿਟ ਕਰੋ, ਉਹਨਾਂ ਦੀ ਫਿਲਾਸਫੀ ਨੂੰ ਪੜ੍ਹੋ, ਤਾਂ ਕਿ ਤੁਸੀਂ ਜਾਣੂ ਹੋ ਸਕੋ ਕਿ ਕਿੰਨਾ ਸੋਹਣਾ ਕੰਮ ਜਿਹੜਾ ਉਹਨਾਂ ਨੇ ਪੰਜਾਬੀ ਸ਼ਾਇਰੀ ਦੇ ਉੱਤੇ ਕੀਤਾ ਹੈ ਤੇ ਸਾਨੂੰ ਉਹਨਾਂ ਦੀ ਇਸ ਸ਼ਾਇਰੀ ਤੋਂ ਦੇਖਣ ਨੂੰ ਮਿਲਦਾ ਹੈ।